हाँ जी दोस्तों, आदाब, नमस्कार, सत श्री अकाल। ਅੱਜ ਆਪਾਂ ਚੈਨਲ ਦੇ ਉੱਤੇ ਇੱਕ ਨਵਾਂ ਪ੍ਰੋਗਰਾਮ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਰਾਈਟਰਾਂ ਦੀਆਂ ਚੰਗੀਆਂ ਕਿਤਾਬਾਂ ਦੀ ਜਿਹੜੀ ਆਡੀਓ ਰਿਕਾਰਡਿੰਗ ਹੈ ਉਹ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ ਅਤੇ ਤੁਸੀਂ ਉਮੀਦ ਹੈ ਕਿ ਪੂਰੀ ਸੁਣੋਗੇ ਅਤੇ ਇਹਨੂੰ ਪੂਰਾ ਸਾਨੂੰ ਭਰੋਸਾ ਹੈ ਕਿ ਬਹੁਤ ਹੁੰਗਾਰਾ ਦਿਓਗੇ ਤਾਂ ਜੋ ਅਸੀਂ ਹੋਰ ਵਧੀਆ ਵਧੀਆ ਕਿਤਾਬਾਂ ਜਿਹੜੀਆਂ ਨੇ ਉਹਦੀ ਆਡੀਓ ਰਿਕਾਰਡਿੰਗ ਲੈ ਕੇ ਤੁਹਾਡੇ ਤੱਕ ਆਉਂਦੇ ਰਹੀਏ। ਅਤੇ ਅੱਜ ਜਿਹੜੀ ਮੈਂ ਕਿਤਾਬ ਚੂਜ਼ ਕੀਤੀ ਹੈ ਉਹ ਕਿਤਾਬ ਜਿਹੜੀ ਹੈ ਉਹ ਕਿਤਾਬ ਹੈਗੀ ਦ ਸੀਕ੍ਰੇਟ, ਰਹੱਸ। ਦ ਸੀਕ੍ਰੇਟ ਕਿਤਾਬ ਹੈ ਇੰਗਲਿਸ਼ ਦੇ ਵਿੱਚ ਰਾਂਡਾ ਬਰਨ ਦੀ ਕਿਤਾਬ ਹੈ, ਰਾਈਟਰ ਨੇ। ਅਤੇ ਦ ਸੀਕ੍ਰੇਟ ਅਤੇ ਪੰਜਾਬੀ ਦੇ ਵਿੱਚ ਰਹੱਸ ਜਿਹੜੀ ਕਿਤਾਬ ਹੈ ਉਹਦੀ ਆਪਾਂ ਅੱਜ ਜਿਹੜੀ ਆਡੀਓ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿਤਾਬ ਦੇ ਜਿਹੜੇ ਪੰਨੇ ਨੇ ਉਹ ਲਗਭਗ ਹੈਗੇ ਨੇ 185 ਦੇ ਲਗਭਗ, ਅਤੇ ਇਹ ਆਪਾਂ ਰੋਜ਼ ਇਹਨੂੰ 10 ਪੋਰਸ਼ਨਾਂ ਦੇ ਵਿੱਚ ਵੰਡ ਕੇ 18 ਪੰਨੇ ਜਿਹੜੇ ਨੇ ਆਪਾਂ ਮਤਲਬ ਕਿ 18 ਪੰਨਿਆਂ ਦੇ ਜਿਹੜਾ ਉਹ ਅਲੱਗ ਆਪਾਂ ਵੀਡੀਓ ਬਣਾ ਕੇ ਅਤੇ ਕਿਤਾਬ ਨੂੰ ਆਪਾਂ 2-3 ਦਿਨਾਂ ਦੇ ਵਿੱਚ ਪੂਰੀ ਕਰ ਦਿਆਂਗੇ। ਅਤੇ ਉਮੀਦ ਹੈ ਤੁਸੀਂ ਇਹਨੂੰ ਸੁਣੋਗੇ। ਇਹ ਬੜੀ ਸ਼ਾਂਤਮਈ ਢੰਗ ਨਾਲ ਹੈੱਡਫੋਨ ਲਾਓ, ਵੀਡੀਓ ਨੂੰ ਸੁਣੋ ਅਤੇ ਕਿਤਾਬ ਜਿਹੜੀ ਹੈ ਬਹੁਤ ਕੁਝ ਤੁਹਾਨੂੰ ਇਹ ਸਿੱਖਣ ਨੂੰ ਦੱਸੇਗੀ। ਤਾਂ ਆ ਜਾਓ ਆਪਾਂ ਹੁਣ ਜਿਹੜੀ ਕਿਤਾਬ ਹੈ ਇਹ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ, ਰਹੱਸ ਦ ਸੀਕ੍ਰੇਟ। ਇਹ ਕਿਤਾਬ ਆਪਾਂ ਤੁਹਾਡੇ ਨਾਲ ਕਰਦੇ ਹਾਂ ਅੱਗੇ ਸਾਂਝੀ। ਹਾਂਜੀ ਦੋਸਤੋ, ਕਿਤਾਬ ਦੇ ਸ਼ੁਰੂ ਵਿੱਚ ਲਿਖਿਆ ਹੋਇਆ ਜਿਹੋ ਜਿਹਾ ਉੱਪਰ ਤੇਹੋ ਜਿਹਾ ਥੱਲੇ, ਜਿਹੋ ਜਿਹਾ ਅੰਦਰ ਤੇਹੋ ਜਿਹਾ ਬਾਹਰ। ਇਹ ਸ਼ਬਦ ਜਿਹੜੇ ਨੇ ਅੰਗਰੇਜ਼ੀ ਦਾ ਰਾਈਟਰ ਹੈ ਦਾ ਇਮਰਾਲਡ ਟੈਬਲਟ ਨੇ ਲਿਖੇ ਹੋਏ ਨੇ। ਤਾਂ ਕਿਤਾਬ ਦੀ ਜਿਹੜੀ ਵਿਸ਼ਾ ਸੂਚੀ ਹੈ ਉਹਦਾ ਜਿਹੜਾ ਆਰੰਭ ਹੈ ਉਹ ਪ੍ਰਸਤਾਵਨਾ ਪਹਿਲਾਂ, ਉਹਨੂੰ ਆਪਾਂ ਅੱਜ ਪ੍ਰਸਤਾਵਨਾ ਨੂੰ ਪੜ੍ਹਦੇ ਹਾਂ। 1 ਸਾਲ ਪਹਿਲਾਂ ਮੇਰੀ ਜ਼ਿੰਦਗੀ ਬਿਖਰ ਗਈ ਸੀ। ਕੰਮ ਦੇ ਥਕੇਵੇਂ ਬਹੁਤ ਜ਼ਿਆਦਾ ਸਨ। ਮੇਰੇ ਪਿਤਾ ਜੀ ਅਚਨਚੇਤ ਹੀ ਕਾਲਵਾਸ ਹੋ ਗਏ ਅਤੇ ਸਹਿਕਰਮੀਆਂ ਅਤੇ ਸਨੇਹੀ ਲੋਕਾਂ ਨਾਲ ਮੇਰਾ ਸੰਬੰਧ ਕਾਫੀ ਨਿਰਾਸ਼ਾਪੂਰਨ ਸਨ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੀ ਇਸ ਡੂੰਘੀ ਨਿਰਾਸ਼ਾ ਨਾਲ ਮੈਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਮਿਲੇਗਾ। ਮੈਨੂੰ ਅਚਨਚੇਤ ਹੀ ਇੱਕ ਮਹਾਨ ਰਹੱਸ, ਜੀਵਨ ਦੇ ਰਹੱਸ ਦਾ ਝਲਕ ਮਿਲੀ। ਇਹ ਝਲਕ 100 ਸਾਲ ਪੁਰਾਣੀ ਇੱਕ ਪੁਸਤਕ ਤੋਂ ਮਿਲੀ ਜਿਹੜੀ ਮੇਰੀ ਧੀ ਹੈਲੀ ਨੇ ਮੈਨੂੰ ਦਿੱਤੀ ਸੀ। ਇਸ ਤੋਂ ਬਾਅਦ ਮੈਂ ਇਸ ਰਹੱਸ ਨੂੰ ਇਤਿਹਾਸ ਵਿੱਚ ਲੱਭਿਆ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਰਹੱਸ ਦਾ ਗਿਆਨ ਸੀ। ਉਹ ਇਤਿਹਾਸ ਦੇ ਮਹਾਨਤਮ ਵਿਅਕਤੀ ਸਨ: ਪਲੈਟੋ, ਸ਼ੇਕਸਪੀਅਰ, ਨਿਊਟਨ, ਬੀਥੋਵਨ, ਲਿੰਕਨ, ਐਮਰਸਨ, ਐਡੀਸਨ, ਆਇਨਸਟਾਈਨ। ਹੈਰਾਨੀ ਨਾਲ ਮੈਂ ਆਪਣੇ ਆਪ ਨੂੰ ਪੁੱਛਿਆ, ਹਰ ਇਨਸਾਨ ਇਹ ਰਹੱਸ ਕਿਉਂ ਨਹੀਂ ਜਾਣਦਾ ਹੈ? ਇਸ ਰਹੱਸ ਨੂੰ ਦੁਨੀਆ ਦੇ ਹਰ ਇਨਸਾਨ ਤੱਕ ਪਹੁੰਚਾਉਣ ਦੀ ਇੱਛਾ ਮੇਰੇ ਅੰਦਰ ਅੱਗ ਵਾਂਗ ਮੱਚਣ ਲੱਗ ਪਈ। ਫਿਰ ਮੈਂ ਵਰਤਮਾਨ ਯੁੱਗ ਦੇ ਉਹਨਾਂ ਲੋਕਾਂ ਨੂੰ ਲੱਭਣ ਵਿੱਚ ਤਤਪਰ ਹੋਈ ਜਿਨ੍ਹਾਂ ਨੂੰ ਇਸ ਰਹੱਸ ਦਾ ਗਿਆਨ ਸੀ। ਉਹ ਇੱਕ ਇੱਕ ਕਰਕੇ ਪ੍ਰਗਟ ਹੋਣ ਲੱਗੇ। ਮੈਂ ਜਿਵੇਂ ਚੁੰਬਕ ਬਣ ਗਈ ਸੀ। ਮੇਰੀ ਖੋਜ ਆਰੰਭ ਹੁੰਦੇ ਹੀ ਮਾਹਿਰ ਇੱਕ ਤੋਂ ਬਾਅਦ ਇੱਕ ਮੇਰੇ ਵੱਲ ਖਿੱਚਦੇ ਚਲੇ ਆਏ। ਇੱਕ ਟੀਚਰ ਮਿਲਣ ਤੋਂ ਬਾਅਦ ਮੈਨੂੰ ਆਪਣੇ ਆਪ ਦੂਜੇ ਟੀਚਰ ਦੀ ਲੜੀ ਮਿਲਣੀ ਸ਼ੁਰੂ ਹੋ ਗਈ। ਜਿਵੇਂ ਇੱਕ ਉੱਤਮ ਜੰਜੀਰ ਦੇ ਵਿੱਚ ਹੁੰਦਾ ਹੈ, ਜੇਕਰ ਮੈਂ ਭਟਕ ਕੇ ਗਲਤ ਰਾਹ 'ਤੇ ਪਹੁੰਚ ਜਾਂਦੀ ਤਾਂ ਕੋਈ ਦੂਜੀ ਚੀਜ਼ ਮੇਰਾ ਧਿਆਨ ਖਿੱਚ ਲੈਂਦੀ ਸੀ ਅਤੇ ਅਗਲਾ ਮਹਾਨ ਟੀਚਰ ਪ੍ਰਗਟ ਹੋ ਜਾਂਦਾ ਸੀ। ਜੇਕਰ ਮੈਂ ਇੰਟਰਨੈਟ ਸਰਚ ਕਰਨ ਵੇਲੇ
ਸੰਯੋਗਵਸ਼ ਗਲਤ ਲਿੰਕ ਦੱਬ ਦਿੰਦੀ ਤਾਂ ਉਹ ਲਿੰਕ ਮੈਨੂੰ ਕਿਸੇ ਮਹੱਤਵਪੂਰਨ ਜਾਣਕਾਰੀ ਵੱਲ ਲੈ ਜਾਂਦੀ ਸੀ। ਕੁਝ ਹੀ ਹਫ਼ਤਿਆਂ ਵਿੱਚ ਮੈਂ ਇਸ ਰਹੱਸ ਦੀ ਸਦੀਆਂ ਲੰਮੀ ਯਾਤਰਾ ਦਾ ਨਕਸ਼ਾ ਲੱਭ ਲਿਆ ਅਤੇ ਇਸ ਦੇ ਵਰਤਮਾਨ ਪ੍ਰਯੋਗਕਰਤਾਵਾਂ ਨੂੰ ਵੀ ਲੱਭ ਲਿਆ। ਫਿਲਮ ਰਾਹੀਂ ਇਸ ਰਹੱਸ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਮੇਰਾ ਸੁਪਨਾ ਦਿਮਾਗ ਵਿੱਚ ਬੈਠ ਗਿਆ। ਅਗਲੇ 2 ਮਹੀਨਿਆਂ ਤੱਕ ਮੇਰੀ ਫਿਲਮ ਤੇ ਟੈਲੀਵਿਜ਼ਨ ਪ੍ਰੋਡਕਸ਼ਨ ਟੀਮ ਨੇ ਇਹ ਰਹੱਸ ਸਿੱਖਿਆ। ਟੀਮ ਦੇ ਹਰ ਮੈਂਬਰ ਲਈ ਇਸ ਰਹੱਸ ਦਾ ਗਿਆਨ ਲਾਜ਼ਮੀ ਸੀ, ਕਿਉਂਕਿ ਅਸੀਂ ਜਿਹੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਸ ਦੇ ਗਿਆਨ ਦੇ ਬਿਨਾਂ ਅਸੰਭਵ ਸੀ। ਉਸ ਸਮੇਂ ਤੱਕ ਇੱਕ ਵੀ ਟੀਚਰ ਨੇ ਇਸ ਫਿਲਮ ਲਈ ਆਪਣੀ ਸਹਿਮਤੀ ਨਹੀਂ ਸੀ ਦਿੱਤੀ, ਲੇਕਿਨ ਚਿੰਤਾ ਦੀ ਕੋਈ ਗੱਲ ਨਹੀਂ ਸੀ, ਕਿਉਂਕਿ ਅਸੀਂ ਰਹੱਸ ਜਾਣਦੇ ਸੀ। ਪੂਰੇ ਵਿਸ਼ਵਾਸ ਨਾਲ ਮੈਂ ਆਸਟ੍ਰੇਲੀਆ ਤੋਂ ਅਮਰੀਕਾ ਪਹੁੰਚ ਗਈ, ਕਿਉਂਕਿ ਜ਼ਿਆਦਾਤਰ ਟੀਚਰ ਉੱਥੇ ਹੀ ਰਹਿੰਦੇ ਸੀ। 7 ਹਫ਼ਤਿਆਂ ਬਾਅਦ ਦ ਸੀਕ੍ਰੇਟ ਦੀ ਟੀਮ ਨੇ ਅਮਰੀਕਾ ਦੇ 55 ਮਹਾਨਤਮ ਟੀਚਰਾਂ ਦੀ ਰਿਕਾਰਡਿੰਗ ਕਰ ਲਈ ਅਤੇ 120 ਘੰਟੇ ਲੰਮੀ ਫਿਲਮ ਤਿਆਰ ਕਰ ਲਈ। ਦ ਸੀਕ੍ਰੇਟ ਫਿਲਮ ਬਣਾਉਣ ਵੇਲੇ ਅਸੀਂ ਹਰ ਕਦਮ, ਹਰ ਸਾਹ ਨਾਲ ਰਹੱਸ ਦਾ ਇਸਤੇਮਾਲ ਕੀਤਾ। ਇੰਜ ਲੱਗ ਰਿਹਾ ਸੀ ਜਿਵੇਂ ਅਸੀਂ ਹਰ ਚੀਜ਼ ਤੇ ਹਰ ਵਿਅਕਤੀ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚ ਰਹੇ ਸੀ। ਆਖਰਕਾਰ 8 ਮਹੀਨਿਆਂ ਬਾਅਦ ਦ ਸੀਕ੍ਰੇਟ ਫਿਲਮ ਰਿਲੀਜ਼ ਹੋਈ। ਜਦੋਂ ਫਿਲਮ ਦੁਨੀਆ ਭਰ ਵਿੱਚ ਹਰਮਨ ਪਿਆਰੀ ਹੋਈ ਤਾਂ ਚਮਤਕਾਰ ਹੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ। ਲੋਕਾਂ ਨੂੰ ਸਾਨੂੰ ਦੱਸਿਆ ਕਿ ਰਹੱਸ ਦਾ ਪ੍ਰਯੋਗ ਕਰਨ ਤੋਂ ਬਾਅਦ ਉਹਨਾਂ ਦੇ ਸੰਦੀਵੀ ਦਰਦ, ਡਿਪਰੈਸ਼ਨ, ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ, ਜਾਂ ਐਕਸੀਡੈਂਟ ਤੋਂ ਬਾਅਦ ਉਹ ਪਹਿਲੀ ਵਾਰ ਚੱਲ ਪਏ। ਇੱਥੋਂ ਤੱਕ ਕਿ ਮ੍ਰਿਤੂ ਬੈੱਡ 'ਤੇ ਪਏ ਹੋਣ ਦੇ ਬਾਵਜੂਦ ਉਹ ਠੀਕ ਹੋ ਗਏ। ਸਾਨੂੰ ਹਜ਼ਾਰਾਂ ਹੀ ਪ੍ਰਸੰਗ ਦੱਸੇ ਗਏ ਕਿ ਸਾਡੀ ਫਿਲਮ ਵਿੱਚ ਦੱਸੇ ਗਏ ਰਹੱਸ ਦਾ ਪ੍ਰਯੋਗ ਕਰਕੇ ਲੋਕਾਂ ਨੂੰ ਕਿਵੇਂ ਬਹੁਤ ਵੱਡੀ ਰਕਮ ਅਤੇ ਡਾਕ ਤੋਂ ਅਚਨਚੇਤ ਚੈੱਕ ਪ੍ਰਾਪਤ ਕੀਤੇ। ਇਸ ਰਹੱਸ ਦਾ ਪ੍ਰਯੋਗ ਕਰਕੇ ਲੋਕਾਂ ਨੇ ਆਦਰਸ਼ ਮਕਾਨ, ਜੀਵਨ ਸਾਥੀ, ਕਾਰ, ਨੌਕਰੀਆਂ ਅਤੇ ਪ੍ਰਮੋਸ਼ਨ ਪਾਏ। ਰਹੱਸ ਨੂੰ ਲਾਗੂ ਕਰਨ ਦੇ ਚੰਦ ਦਿਨਾਂ ਹੀ ਅੰਦਰ ਕਈ ਕੰਪਨੀਆਂ ਦੀ ਕਾਇਆ ਕਲਪ ਹੋ ਗਈ। ਪਤੀ ਪਤਨੀ ਦੇ ਤਣਾਅਪੂਰਨ ਸੰਬੰਧਾਂ ਦੇ ਵਧੀਆ ਹੋਣ ਦੀ ਕਹਾਣੀਆਂ ਵੀ ਸਾਨੂੰ ਮਿਲੀਆਂ, ਜਿਸ ਨਾਲ ਬੱਚਿਆਂ ਨੂੰ ਦੁਬਾਰਾ ਸਦਭਾਵਨਾ ਦਾ ਮਾਹੌਲ ਮਿਲ ਸਕਿਆ। ਸਾਨੂੰ ਮਿਲਣ ਵਾਲੀ ਸਭ ਤੋਂ ਵਧੀਆ ਕਹਾਣੀਆਂ ਬੱਚਿਆਂ ਬਾਰੇ ਸਨ। ਸਾਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੱਚਿਆਂ ਨੇ ਰਹੱਸ ਦਾ ਇਸਤੇਮਾਲ ਕਰ ਆਪਣੀ ਮਨਚਾਹੀ ਚੀਜ਼ ਨੂੰ ਆਕਰਸ਼ਿਤ ਕਰ ਲਿਆ, ਜਿਨ੍ਹਾਂ 'ਚੋਂ ਚੰਗੇ ਗ੍ਰੈਂਡ ਤੇ ਦੋਸਤ ਸ਼ਾਮਿਲ ਸਨ। ਰਹੱਸ ਨੇ ਡਾਕਟਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਰੀਜ਼ਾਂ ਨਾਲ ਆਪਣਾ ਗਿਆਨ ਵੰਡਣ ਲੱਗੇ। ਇਸ ਨਾਲ ਯੂਨੀਵਰਸਿਟੀਆਂ ਤੇ ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਨਾਲ, ਹੈਲਥ ਕਲੱਬਜ਼ ਨੂੰ ਆਪਣੇ ਗਾਹਕਾਂ ਨਾਲ, ਸਾਰੇ ਚਰਚਾਂ ਤੇ ਅਧਿਆਤਮਕ ਕੇਂਦਰਾਂ ਨੂੰ ਆਪਣੇ ਮੈਂਬਰਾਂ ਨਾਲ ਆਪਣਾ ਗਿਆਨ ਵੰਡਣ ਲਈ ਪ੍ਰੇਰਿਤ ਕੀਤਾ। ਦੁਨੀਆ ਭਰ ਦੇ ਘਰਾਂ ਵਿੱਚ ਸੀਕ੍ਰੇਟ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ, ਜਿੱਥੇ ਲੋਕਾਂ ਨੇ ਆਪਣੇ ਸਨੇਹੀਆਂ ਤੇ ਪਰਿਵਾਰਾਂ ਨੂੰ ਇਹ ਰਹੱਸ ਸਿਖਾਇਆ। ਲੋਕਾਂ ਨੇ ਇਸ ਰਹੱਸ ਦੇ ਪ੍ਰਯੋਗ ਨਾਲ ਹਰ ਤਰ੍ਹਾਂ ਦੀ ਚੀਜ਼ ਨੂੰ ਆਕਰਸ਼ਿਤ ਕੀਤਾ, ਜਿਨ੍ਹਾਂ 'ਚ ਇੱਕ ਖਾਸ ਖੰਭ ਤੋਂ ਲੈ ਕੇ $1 ਕਰੋੜ ਤੱਕ ਦੀ ਰਕਮ ਸ਼ਾਮਿਲ ਹੈ। ਇਹ ਸਾਰਾ ਕੁਝ ਫਿਲਮ ਦੇ ਰਿਲੀਜ਼ ਹੋਣ ਦੇ ਚੰਦ ਮਹੀਨਿਆਂ ਦੇ ਅੰਦਰ ਹੀ ਵਾਪਰਨ ਲੱਗ ਪਿਆ ਸੀ। ਦ ਸੀਕ੍ਰੇਟ ਬਣਾਉਣ ਪਿੱਛੇ ਮੇਰਾ ਇਰਾਦਾ ਦੁਨੀਆ ਭਰ ਦੇ ਖਰਬਾਂ ਲੋਕਾਂ ਨੂੰ ਸੁਰਖੀ ਬਣਾਉਣਾ ਸੀ ਅਤੇ ਹੈ। ਸਾਡੀ ਟੀਮ ਹਰ ਦਿਨ ਇਸ ਇਰਾਦੇ ਨੂੰ ਸਾਕਾਰ ਹੁੰਦੇ ਦੇਖ ਰਹੀ ਸੀ। ਸਾਨੂੰ ਸਾਰੀ ਦੁਨੀਆ ਦੇ ਹਰ ਉਮਰ, ਜਾਤ ਤੇ ਦੇਸ਼ ਦੇ ਹਜ਼ਾਰਾਂ ਲੋਕਾਂ ਦੀਆਂ ਚਿੱਠੀਆਂ ਮਿਲੀਆਂ, ਜਿਨ੍ਹਾਂ 'ਚੋਂ ਰਹੱਸ ਦੇ ਪ੍ਰਤੀ ਆਪਣੀ ਕ੍ਰਿਤਗਤਾ ਵਿਅਕਤ ਕਰਦੇ ਹਨ। ਇਸ ਗਿਆਨ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ।
ਇਹੋ ਜਿਹੀ ਇੱਕ ਵੀ ਚੀਜ਼ ਨਹੀਂ ਹੈ ਜਿਹੜੀ ਤੁਸੀਂ ਨਹੀਂ ਕਰ ਸਕਦੇ। ਇੱਕ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿੱਥੇ ਰਹਿੰਦੇ ਹੋ। ਦ ਸੀਕ੍ਰੇਟ ਵਿੱਚ ਦੱਸਿਆ ਗਿਆ ਰਹੱਸ ਤੁਹਾਨੂੰ ਹਰ ਉਹ ਚੀਜ਼ ਦੇ ਸਕਦਾ ਹੈ ਜਿਹੜੀ ਤੁਸੀਂ ਚਾਹੁੰਦੇ ਹੋ। ਇਸ ਪੁਸਤਕ ਵਿੱਚ 24 ਅਦਭੁਤ ਟੀਚਰ ਨੂੰ ਫੀਚਰ ਕੀਤਾ ਗਿਆ ਹੈ। ਉਹਨਾਂ ਦੇ ਸ਼ਬਦ ਵੱਖ-ਵੱਖ ਸਮੇਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਏ ਗਏ ਹਨ, ਲੇਕਿਨ ਉਹ ਸਾਰੇ ਇੱਕ ਹੀ ਸੁਰ ਵਿੱਚ ਬੋਲਦੇ ਹਨ। ਇਸ ਪੁਸਤਕ ਵਿੱਚ ਰਹੱਸ ਦੇ ਟੀਚਰ ਦੇ ਸੰਦੇਸ਼ ਦੇ ਇਲਾਵਾ ਰਹੱਸ ਦੇ ਪ੍ਰਯੋਗ ਦੀ ਚਮਤਕਾਰੀ ਕਹਾਣੀਆਂ ਵੀ ਦਿੱਤੀਆਂ ਗਈਆਂ ਹਨ। ਇਸ ਵਿੱਚ ਮੈਂ ਆਪਣੇ ਵੱਲੋਂ ਸਿੱਖੇ ਸਾਰੇ ਸੌਖੇ ਰਾਹ, ਟਿਪਸ ਤੇ ਸ਼ਾਰਟਕਟਸ ਦੱਸੇ ਹਨ ਤਾਂ ਕਿ ਤੁਸੀਂ ਆਪਣੇ ਸੁਪਨਿਆਂ ਮੁਤਾਬਕ ਜੀਵਨ ਜੀ ਸਕੋ। ਸਾਰੀ ਪੁਸਤਕ 'ਚ ਮੈਂ ਕਈ ਜਗ੍ਹਾਵਾਂ 'ਤੇ ਤੁਸੀਂ ਸ਼ਬਦ ਨੂੰ ਬੋਲਡ ਕੀਤਾ ਹੈ। ਇੰਜ ਇਸ ਲਈ ਕਿਉਂਕਿ ਮੈਂ ਤੁਹਾਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੀ ਸੀ ਕਿ ਮੈਂ ਇਹ ਪੁਸਤਕ ਤੁਹਾਡੇ ਲਈ ਹੀ ਲਿਖੀ ਹੈ। ਤੁਸੀਂ ਸ਼ਬਦ ਬੋਲਡ ਹੋਣ ਦਾ ਮਤਲਬ ਇਹ ਹੈ ਕਿ ਤੁਹਾਡੇ ਨਾਲ ਵਿਅਕਤੀਗਤ ਤੌਰ ਨਾਲ ਬੋਲ ਰਹੀ ਹਾਂ। ਮੇਰਾ ਇਰਾਦਾ ਇਹ ਹੈ ਕਿ ਤੁਸੀਂ ਇਹਨਾਂ ਪੰਨਿਆਂ ਨਾਲ ਵਿਅਕਤੀਗਤ ਜੁੜਾਅ ਮਹਿਸੂਸ ਕਰੋ ਕਿਉਂਕਿ ਇਹ ਰਹੱਸ ਤੁਹਾਡੇ ਲਈ ਹੀ ਪ੍ਰਗਟ ਕੀਤਾ ਗਿਆ ਹੈ। ਇਹਨਾਂ ਪੰਨਿਆਂ ਨੂੰ ਪੜ੍ਹਨ ਤੇ ਰਹੱਸ ਨੂੰ ਸਿੱਖਣ ਤੋਂ ਬਾਅਦ ਤੁਸੀਂ ਇਹ ਜਾਣ ਜਾਓਗੇ ਕਿ ਤੁਸੀਂ ਆਪਣੀ ਮਨਮਰਜ਼ੀ ਚੀਜ਼ ਕਿਵੇਂ ਕਰ ਸਕਦੇ ਹੋ, ਬਣ ਸਕਦੇ ਹੋ ਜਾਂ ਪਾ ਸਕਦੇ ਹੋ। ਤੁਸੀਂ ਜਾਣ ਜਾਵੋਗੇ ਕਿ ਤੁਸੀਂ ਸੱਚਮੁੱਚ ਕੌਣ ਹੋ। ਤੁਸੀਂ ਉਸ ਸੱਚੀ ਮਹਿਮਾ ਨੂੰ ਜਾਣ ਜਾਓਗੇ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਰਹੱਸ ਕੀ ਹੈ? ਬਾਬ ਪ੍ਰੋਕਟਰ ਲਿਖਦੇ ਨੇ, ਤੁਸੀਂ ਸ਼ਾਇਦ ਇਹ ਸੋਚ ਕੇ ਹੈਰਾਨ ਹੋ ਰਹੇ ਹੋਵੋਗੇ, ਆਖਿਰ ਇਹ ਰਹੱਸ ਹੈ ਕੀ? ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਹਿਸਾਬ ਨਾਲ ਇਸ ਦਾ ਕੀ ਮਤਲਬ ਹੈ। ਅਸੀਂ ਸਾਰੇ ਹੀ ਇਸ ਹੀ ਅਸੀਮਤ ਸ਼ਕਤੀ ਨਾਲ ਕੰਮ ਕਰਦੇ ਹਾਂ। ਇੱਕੋ ਜਿਹੇ ਨਿਯਮ ਸਾਡਾ ਮਾਰਗਦਰਸ਼ਨ ਕਰਦੇ ਹਨ। ਬ੍ਰਹਿਮੰਡ ਦੇ ਕੁਦਰਤੀ ਨਿਯਮ ਇੰਨੇ ਦਰੁਸਤ ਹਨ ਕਿ ਸਾਨੂੰ ਸਪੇਸਸ਼ਿਪ ਬਣਾਉਣ 'ਚ ਜ਼ਰਾ ਵੀ ਮੁਸ਼ਕਿਲ ਨਹੀਂ ਆਉਂਦੀ। ਅਸੀਂ ਲੋਕਾਂ ਨੂੰ ਚੰਨ 'ਤੇ ਭੇਜ ਸਕਦੇ ਹਾਂ ਅਤੇ ਸਾਨੂੰ ਸਪੇਸਸ਼ਿਪ ਦੇ ਉਤਰਨ ਦੇ ਪਲ ਨੂੰ ਵੀ ਸਟੀਕਤਾ ਨਾਲ ਕੰਟਰੋਲ ਕਰ ਸਕਦੇ ਹਾਂ। ਤੁਸੀਂ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਲੰਡਨ, ਮਾਂਟਰੀਅਲ, ਨਿਊਯਾਰਕ ਜਾਂ ਚਾਹੇ ਜਿੱਥੇ ਰਹਿੰਦੇ ਹੋ, ਅਸੀਂ ਸਾਰੇ ਇੱਕੋ ਹੀ ਸ਼ਕਤੀ, ਇੱਕੋ ਹੀ ਨਿਯਮ ਨਾਲ ਕੰਮ ਕਰ ਰਹੇ ਹਾਂ। ਇਸ ਦਾ ਨਾਂ ਆਕਰਸ਼ਣ ਹੈ। ਰਹੱਸ ਦਾ ਨਿਯਮ ਆਕਰਸ਼ਣ ਹੈ। ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ ਹਨ ਉਹਨਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਆਕਰਸ਼ਿਤ ਕਰ ਰਹੇ ਹੋ ਅਤੇ ਉਹ ਉਹਨਾਂ ਤਸਵੀਰਾਂ ਰਾਹੀਂ ਤੁਹਾਡੇ ਵੱਲ ਆਕਰਸ਼ਿਤ ਹੋ ਰਹੀਆਂ ਹਨ ਜਿਹੜੀਆਂ ਤੁਹਾਡੇ ਦਿਮਾਗ ਵਿੱਚ ਹਨ। ਭਾਵ ਜੋ ਤੁਸੀਂ ਸੋਚ ਰਹੇ ਹੋ, ਤੁਹਾਡੇ ਮਸਤਕ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਤੁਹਾਡਾ ਹਰ ਵਿਚਾਰ ਇੱਕ ਵਾਸਤਵਿਕ ਵਸਤੂ ਹੈ, ਇੱਕ ਸ਼ਕਤੀ ਹੈ। ਇਹ ਗੱਲ ਕਹਿ ਰਹੇ ਨੇ ਪ੍ਰੈਟਿਸ ਮਲਫੋਰਡ। ਦੁਨੀਆ ਦੇ ਮਹਾਨਤਮ ਸਿੱਖਿਅਕਾਂ ਨੇ ਸਾਨੂੰ ਦੱਸਿਆ ਕਿ ਆਕਰਸ਼ਣ ਦਾ ਨਿਯਮ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਨਿਯਮ ਹੈ। ਵਿਲੀਅਮ ਸ਼ੇਕਸਪੀਅਰ, ਵਿਲੀਅਮ ਬਲੈਕ ਨੇ ਇਸ ਨੂੰ ਆਪਣੀ ਕਵਿਤਾ ਵਿੱਚ ਸਿਖਾਇਆ ਹੈ। ਲੁਡਵਿਗ ਵੈਨ ਬੀਥੋਵਨ ਵਰਗੇ ਸੰਗੀਤਕਾਰਾਂ ਨੇ ਇਸ ਨੂੰ ਆਪਣੇ ਸੰਗੀਤ ਵਿੱਚ ਵਿਅਕਤ ਕੀਤਾ ਹੈ, ਪੇਂਟਿੰਗ ਵਿੱਚ ਉਕੇਰਿਆ ਹੈ। ਸੁਕਰਾਤ, ਪਲਾਟੋ ਆਦਿ ਨੇ ਇਸ ਨੂੰ ਆਪਣੀ ਲੇਖਣੀ ਅਤੇ ਦਰਸ਼ਨ ਵਿੱਚ ਵਿਅਕਤ ਕੀਤਾ ਹੈ। ਇਸੇ ਕਰਕੇ ਉਹਨਾਂ ਦੇ ਨਾਂ ਅਮਰ ਅਤੇ ਉਹਨਾਂ ਦੀ ਮਹਾਨਤਾ ਸਦੀਆਂ ਬਾਅਦ ਵੀ ਕਾਇਮ ਹੈ। ਇਹ ਰਹੱਸ ਹਿੰਦੂ ਧਰਮ, ਹਰਮੈਟਿਕ ਪਰੰਪਰਾਵਾਂ, ਬੌਧ ਧਰਮ, ਯਹੂਦੀ ਧਰਮ, ਈਸਾਈ ਧਰਮ, ਇਸਲਾਮ 'ਚ ਮੌਜੂਦ ਹਨ।
ਇਹ ਬੈਬੀਲੋਨ ਅਤੇ ਮਿਸਰ ਦੀ ਪ੍ਰਾਚੀਨ ਸੱਭਿਅਤਾਵਾਂ ਦੀ ਲੇਖਣੀ ਅਤੇ ਕਹਾਣੀਆਂ 'ਚ ਦਰਸਾਇਆ ਗਿਆ ਹੈ। ਇਹ ਨਿਯਮ ਯੁੱਗਾਂ ਯੁੱਗਾਂ ਤੋਂ ਕਈ ਰੂਪਾਂ ਵਿੱਚ ਵਿਅਕਤ ਹੁੰਦਾ ਆ ਰਿਹਾ ਹੈ ਅਤੇ ਇਸ ਨੂੰ ਸਦੀਆਂ ਪੁਰਾਣੇ ਪ੍ਰਾਚੀਨ ਗ੍ਰੰਥਾਂ 'ਚ ਪੜ੍ਹਿਆ ਜਾ ਸਕਦਾ ਹੈ। ਇਸ ਨੂੰ 3000 ਈਸਾ ਪੂਰਵ 'ਚ ਪੱਥਰਾਂ 'ਤੇ ਉਲੀਕਿਆ ਗਿਆ ਸੀ। ਹਾਲਾਂਕਿ ਕੁਝ ਲੋਕ ਇਸ ਰਹੱਸ ਦੇ ਗਿਆਨ ਨੂੰ ਹਾਸਲ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਇਸ ਨੂੰ ਸੱਚਮੁੱਚ ਹਾਸਲ ਵੀ ਕਰ ਲਿਆ ਹੈ, ਲੇਕਿਨ ਇਹ ਹਮੇਸ਼ਾ ਤੋਂ ਮੌਜੂਦ ਸੀ ਅਤੇ ਕੋਈ ਵੀ ਇਸ ਨੂੰ ਲੱਭ ਸਕਦਾ ਸੀ। ਨਿਯਮ ਜਾਂ ਕਾਨੂੰਨ ਸਮੇਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਇਸ ਦੀ ਹੋਂਦ ਹਮੇਸ਼ਾ ਤੋਂ ਹੋਈ ਸੀ ਅਤੇ ਹਮੇਸ਼ਾ ਰਹੇਗੀ ਵੀ। ਇਹੀ ਨਿਯਮ ਬ੍ਰਹਿਮੰਡ ਦੀ ਸਮੁੱਚੀ ਵਿਵਸਥਾ, ਤੁਹਾਡੇ ਜੀਵਨ ਦੇ ਹਰ ਪਲ, ਤੁਹਾਡੇ ਜੀਵਨ ਦੇ ਹਰ ਅਨੁਭਵ ਨੂੰ ਨਿਸ਼ਚਿਤ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿੱਥੇ ਹੋ। ਆਕਰਸ਼ਣ ਦਾ ਨਿਯਮ ਤੁਹਾਡੇ ਸਮੁੱਚੇ ਜੀਵਨ ਦੇ ਅਨੁਭਵਾਂ ਨੂੰ ਆਕਾਰ ਦੇ ਰਿਹਾ ਹੈ। ਇਹ ਸਭ ਤੋਂ ਪ੍ਰਬਲ ਨਿਯਮ ਤੁਹਾਡੇ ਵਿਚਾਰਾਂ ਰਾਹੀਂ ਇੰਜ ਕਰਦਾ ਹੈ। ਤੁਸੀਂ ਆਪਣੇ ਵਿਚਾਰਾਂ ਤੋਂ ਆਕਰਸ਼ਣ ਦੇ ਇਸ ਨਿਯਮ ਨੂੰ ਅਮਲ 'ਚ ਲਿਆਉਂਦੇ ਹੋ। 1912 ਵਿੱਚ ਚਾਰਲਸ ਹਾਨੇਲ ਨੇ ਆਕਰਸ਼ਣ ਦੇ ਨਿਯਮ ਦਾ ਵਰਣਨ ਕਰਦਿਆਂ ਕਿਹਾ ਸੀ, ਇਹ ਸਭ ਤੋਂ ਮਹਾਨ ਅਤੇ ਸਭ ਤੋਂ ਅਚੂਕ ਨਿਯਮ ਹੈ ਜਿਸ 'ਤੇ ਸਿਰਜਣਾ ਦਾ ਸਮੁੱਚਾ ਤੰਤਰ ਨਿਰਭਰ ਕਰਦਾ ਹੈ। ਅੱਗੇ ਲਿਖਦੇ ਨੇ, ਹਰ ਯੁੱਗ ਦੇ ਬੁੱਧੀਮਾਨ ਲੋਕਾਂ ਨੂੰ ਇਸ ਨਿਯਮ ਦਾ ਗਿਆਨ ਸੀ। ਤੁਸੀਂ ਇਸ ਨੂੰ ਪ੍ਰਾਚੀਨ ਬੈਬੀਲੋਨੀਆ ਦੀ ਸੰਸਕ੍ਰਿਤੀ ਵਿੱਚ ਦੇਖ ਸਕਦੇ ਹੋ। ਉਹਨਾਂ ਨੂੰ ਇਸ ਦਾ ਗਿਆਨ ਸੀ, ਹਾਲਾਂਕਿ ਇਹ ਗਿਆਨ ਬਹੁਤ ਘੱਟ ਲੋਕਾਂ ਦੇ 94 ਸਮੂਹ ਤੱਕ ਸੀਮਿਤ ਸੀ। ਇਤਿਹਾਸਕਾਰ ਪ੍ਰਾਚੀਨ ਬੈਬੀਲੋਨ ਸੰਸਕ੍ਰਿਤੀ ਦੀ ਮਹਾਨ ਉਪਲਬਧੀਆਂ ਅਤੇ ਪ੍ਰਚੁਰ ਸਮਰਿੱਧੀਆਂ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਵਿਸ਼ਵ ਦੇ 7 ਅਜੂਬਿਆਂ 'ਚੋਂ ਇੱਕ ਹੈਗਿੰਗ ਗਾਰਡਨਜ਼ ਇਸੇ ਸੰਸਕ੍ਰਿਤੀ ਦੀ ਦੇਣ ਸਨ। ਇਸ ਕੌਮ ਨੇ ਬ੍ਰਹਿਮੰਡ ਦੇ ਨਿਯਮ ਨੂੰ ਸਮਝਿਆ ਅਤੇ ਉਸ 'ਤੇ ਅਮਲ ਕੀਤਾ। ਇਸੇ ਕਰਕੇ ਇਤਿਹਾਸ ਦੀ ਸਭ ਤੋਂ ਦੌਲਤਮੰਦ ਕੌਮਾਂ ਵਿੱਚੋਂ ਇੱਕ ਕੌਮ ਬਣ ਗਈ। ਕੀ ਤੁਸੀਂ ਜਾਣਦੇ ਹੋ ਕਿ ਸਿਰਫ 1% ਲੋਕ ਤਕਰੀਬਨ 96% ਧਨ ਕਮਾਉਂਦੇ ਹਨ? ਕੀ ਤੁਸੀਂ ਸੋਚਦੇ ਹੋ ਕਿ ਇਹ ਸਿਰਫ ਇੱਕ ਸੰਯੋਗ ਹੈ? ਇਹ ਤਾਂ ਪਹਿਲਾਂ ਤੋਂ ਹੀ ਨਿਰਧਾਰਿਤ ਹੈ। ਉਹਨਾਂ ਨੂੰ ਇੱਕ ਖਾਸ ਚੀਜ਼ ਦਾ ਗਿਆਨ ਹੈ। ਦਰਅਸਲ ਉਹਨਾਂ ਨੂੰ ਰਹੱਸ ਦਾ ਗਿਆਨ ਹੈ ਅਤੇ ਉਹ ਰਹੱਸ ਨੂੰ ਤੁਹਾਨੂੰ ਦੱਸਿਆ ਜਾ ਰਿਹਾ ਹੈ। ਇਸ ਰਹੱਸ ਦੇ ਪ੍ਰਯੋਗ ਨਾਲ ਲੋਕਾਂ ਨੇ ਆਪਣੇ ਜੀਵਨ ਵਿੱਚ ਦੌਲਤ ਨੂੰ ਆਕਰਸ਼ਿਤ ਕੀਤਾ ਹੈ, ਭਾਵੇਂ ਉਹਨਾਂ ਨੇ ਇਹ ਸੋਚ ਸਮਝ ਕੇ ਕੀਤਾ ਹੋਵੇ ਜਾਂ ਅਣਜਾਣ ਵਿੱਚ ਹੀ। ਉਹ ਬਹੁਤਾਤ ਅਤੇ ਦੌਲਤ ਦੇ ਵਿਚਾਰ ਸੋਚਦੇ ਹਨ। ਉਹ ਆਪਣੇ ਦਿਮਾਗ ਵਿੱਚ ਕਿਸੇ ਵਿਰੋਧੀ ਵਿਚਾਰ ਨੂੰ ਜੜ੍ਹਾਂ ਨਹੀਂ ਜਮਾਉਣ ਦਿੰਦੇ। ਉਹਨਾਂ ਦੇ ਸਭ ਤੋਂ ਪ੍ਰਬਲ ਵਿਚਾਰ ਦੌਲਤ ਬਾਰੇ ਹੀ ਹੁੰਦੇ ਹਨ। ਉਹ ਸਿਰਫ ਦੌਲਤ ਬਾਰੇ ਹੀ ਸੋਚਦੇ ਰਹਿੰਦੇ ਹਨ ਅਤੇ ਉਹਨਾਂ ਦੇ ਦਿਮਾਗ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ, ਭਾਵੇਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ। ਦੌਲਤ ਸੰਬੰਧੀ ਪ੍ਰਬਲ ਵਿਚਾਰਾਂ ਕਾਰਨ ਹੀ ਦੌਲਤ ਉਹਨਾਂ ਵੱਲ ਆਕਰਸ਼ਿਤ ਹੁੰਦੀਆਂ ਹਨ। ਇਹ ਅਮਲੀ ਆਕਰਸ਼ਣ ਦਾ ਨਿਯਮ ਹੈ। ਰਹੱਸ ਅਤੇ ਅਮਲੀ ਆਕਰਸ਼ਣ ਦੇ ਨਿਯਮ ਨੂੰ ਦੱਸਣ ਦਾ ਇੱਕ ਉੱਤਮ ਉਦਾਹਰਣ ਇਹ ਹੈ। ਤੁਸੀਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਨੇ ਬੜੀ ਸਾਰੀ ਦੌਲਤ ਹਾਸਲ ਕਰਕੇ ਗਵਾ ਦਿੱਤੀ, ਲੇਕਿਨ ਕੁਝ ਸਮੇਂ ਬਾਅਦ ਹੀ ਦੁਬਾਰਾ ਹਾਸਲ ਕਰ ਲਈ। ਇੰਜ ਕਿਵੇਂ ਹੋਇਆ? ਉਹਨਾਂ ਨੂੰ ਪਤਾ ਹੋਵੇ ਜਾਂ ਨਾ, ਲੇਕਿਨ ਹੋਇਆ ਇਹ ਸੀ ਕਿ ਚੂਕ ਪਹਿਲਾਂ ਉਹ ਦੌਲਤ ਬਾਰੇ ਬੜੀ ਪ੍ਰਬਲਤਾ ਨਾਲ ਸੋਚਦੇ ਸਨ, ਇਸ ਲਈ ਉਹ ਉਸ ਨੂੰ ਹਾਸਲ ਕਰਨ ਵਿੱਚ ਸਫਲ ਹੋਏ। ਫਿਰ ਉਹਨਾਂ ਨੇ ਦੌਲਤ ਗਵਾਉਣ ਦੇ ਡਰਾਉਣੇ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਆਉਣ ਦਿੱਤਾ। ਜਦੋਂ ਤੱਕ ਕਿ ਉਹ ਪ੍ਰਬਲ ਨਹੀਂ ਬਣ ਗਏ, ਦੌਲਤ ਪਾਉਣ ਦੇ ਵਿਚਾਰਾਂ ਦਾ ਪਲੜਾ ਹਲਕਾ ਹੋ ਗਿਆ, ਦੌਲਤ ਗਵਾਉਣ ਦੇ ਵਿਚਾਰਾਂ ਦਾ ਪਲੜਾ ਭਾਰੀ ਹੋ ਗਿਆ। ਇਸੇ ਕਾਰਨ ਉਹਨਾਂ ਨੇ ਦੌਲਤ ਗਵਾ ਦਿੱਤੀ। ਬਹਰਹਾਲ ਦੌਲਤ ਜਾਣ ਤੋਂ ਬਾਅਦ ਇਸ ਦੇ ਜਾਣ ਦਾ ਡਰ ਵੀ ਗਾਇਬ ਹੋ ਗਿਆ ਅਤੇ ਉਹਨਾਂ ਨੇ ਦੌਲਤ ਦੇ ਪ੍ਰਬਲ ਵਿਚਾਰਾਂ ਨਾਲ ਤੱਕੜੀ ਦੇ ਸਕਾਰਾਤਮਕ ਪੱਲੇ ਨੂੰ ਦੁਬਾਰਾ ਭਾਰੀ ਕਰ ਲਿਆ
ਅਤੇ ਦੌਲਤ ਪਰਤ ਆਈ। ਆਕਰਸ਼ਣ ਦਾ ਨਿਯਮ ਤੁਹਾਡੇ ਵਿਚਾਰਾਂ 'ਤੇ ਪ੍ਰਤੀਕਿਰਿਆ ਕਰਦਾ ਹੈ, ਚਾਹੇ ਉਹ ਜਿਵੇਂ ਦੇ ਵੀ ਹੋਣ। ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਹੋ। ਤੁਹਾਡੇ 'ਚ ਇਹੋ ਜਿਹੀ ਚੁੰਬਕ ਸ਼ਕਤੀ ਹੈ ਜਿਹੜੀ ਦੁਨੀਆ ਦੀ ਕਿਸੇ ਵੀ ਚੀਜ਼ ਤੋਂ ਵੱਧ ਸ਼ਕਤੀਸ਼ਾਲੀ ਹੈ, ਅਤੇ ਇਹ ਅਥਾਹ ਚੁੰਬਕੀ ਸ਼ਕਤੀ ਤੁਹਾਡੇ ਵਿਚਾਰਾਂ ਨਾਲ ਨਿਕਲਦੀ ਹੈ। ਆਕਰਸ਼ਣ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਤੁਸੀਂ ਆਪਣੇ ਜੀਵਨ ਵਿੱਚ ਆਕਰਸ਼ਣ ਦੇ ਨਿਯਮ ਦੇ ਸੰਦਰਭ ਵਿੱਚ ਇਹ ਅਨੁਭਵ ਕੀਤਾ ਹੋਵੇਗਾ। ਤੁਸੀਂ ਕਦੇ ਕਿਸੇ ਇਹੋ ਜਿਹੀ ਚੀਜ਼ ਬਾਰੇ ਸੋਚਦੇ ਹੋਵੋ ਜਿਸ ਨਾਲ ਤੁਸੀਂ ਖੁਸ਼ੀ ਨਹੀਂ ਸੀ। ਤੁਸੀਂ ਉਸਦੇ ਬਾਰੇ ਜਿੰਨਾ ਜ਼ਿਆਦਾ ਸੋਚਿਆ, ਉਹ ਉਨੀ ਹੀ ਜ਼ਿਆਦਾ ਬਦਤਰ ਲੱਗਣ ਲੱਗੀ। ਇੰਜ ਇਸ ਲਈ ਹੋਇਆ ਕਿਉਂਕਿ ਜਦੋਂ ਤੁਸੀਂ ਲਗਾਤਾਰ ਇੱਕੋ ਹੀ ਵਿਚਾਰ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਤੁਰੰਤ ਉਸੇ ਵਰਗੇ ਦੂਜੇ ਵਿਚਾਰ ਤੁਹਾਡੇ ਵੱਲ ਲਿਆਉਣ ਲੱਗਦਾ ਹੈ। ਕੁਝ ਮਿੰਟਾਂ ਵਿੱਚ ਹੀ ਤੁਹਾਡੇ ਦਿਮਾਗ ਵਿੱਚ ਇੰਨੇ ਸਾਰੇ ਭੈੜੇ ਵਿਚਾਰ ਭਰ ਜਾਣਗੇ ਕਿ ਸਥਿਤੀ ਪਹਿਲਾਂ ਤੋਂ ਵੀ ਜ਼ਿਆਦਾ ਮਾੜੀ ਦਿਖਣ ਲੱਗ ਜਾਏਗੀ। ਤੁਸੀਂ ਇਸ ਬਾਰੇ ਜਿੰਨਾ ਜ਼ਿਆਦਾ ਸੋਚੋਗੇ, ਉਨੇ ਹੀ ਜ਼ਿਆਦਾ ਪਰੇਸ਼ਾਨ ਹੋਵੋਗੇ। ਹੋ ਸਕਦਾ ਹੈ ਤੁਹਾਨੂੰ ਸਮਾਨ ਵਿਚਾਰਾਂ ਨੂੰ ਆਕਰਸ਼ਿਤ ਕਰਨ ਦਾ ਹੇਠਾਂ ਦਿੱਤਾ ਅਨੁਭਵ ਵੀ ਹੋਇਆ ਹੋਵੇ। ਹੋ ਸਕਦਾ ਹੈ ਕੋਈ ਗਾਣਾ ਸੁਣਨ ਤੋਂ ਬਾਅਦ ਤੁਸੀਂ ਉਸਨੂੰ ਆਪਣੇ ਦਿਮਾਗ ਤੋਂ ਬਾਹਰ ਹੀ ਨਹੀਂ ਕੱਢ ਪਾਉਂਦੇ ਹੋਵੋ। ਉਹ ਗਾਣਾ ਤੁਹਾਡੇ ਦਿਮਾਗ 'ਚ ਵਾਰ-ਵਾਰ ਵੱਜਦਾ ਰਿਹਾ ਹੋਵੇ। ਹੋ ਸਕਦਾ ਹੈ ਤੁਹਾਨੂੰ ਪਤਾ ਵੀ ਨਾ ਹੋਵੇ, ਲੇਕਿਨ ਉਹ ਗਾਣਾ ਸੁਣਨ ਵੇਲੇ ਤੁਸੀਂ ਆਪਣਾ ਸਾਰਾ ਧਿਆਨ ਉਸ ਉੱਤੇ ਕੇਂਦਰਿਤ ਕਰ ਲਿਆ ਸੀ। ਇਸ ਤਰ੍ਹਾਂ ਕਰਕੇ ਤੁਸੀਂ ਉਸ ਗਾਣੇ ਦੇ ਵਿਚਾਰ ਵਰਗੇ ਹੋਰ ਵਿਚਾਰਾਂ ਨੂੰ ਸਸ਼ੱਕਤ ਤੌਰ 'ਤੇ ਆਕਰਸ਼ਿਤ ਕਰ ਰਹੇ ਸੀ। ਇਸ ਲਈ ਆਕਰਸ਼ਣ ਦਾ ਨਿਯਮ ਸਕ੍ਰਿਆ ਹੋ ਗਿਆ ਅਤੇ ਉਸਨੇ ਉਸ ਗਾਣੇ ਦੇ ਵਿਚਾਰ ਨਾਲ ਮਿਲਦੇ ਜੁਲਦੇ ਵਿਚਾਰਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰ ਦਿੱਤਾ। ਬਤੌਰ ਇਨਸਾਨ ਸਾਡਾ ਕੰਮ ਆਪਣੇ ਦਿਮਾਗ 'ਚ ਇਹੋ ਜਿਹੇ ਵਿਚਾਰ ਰੱਖਣਾ ਹੈ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸਾਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਇੰਜ ਕਰਕੇ ਅਸੀਂ ਬ੍ਰਹਿਮੰਡ ਦੇ ਮਹਾਨਤਮ ਨਿਯਮਾਂ ਵਿੱਚੋਂ ਇੱਕ ਨੂੰ ਸਕ੍ਰਿਆ ਕਰ ਦਿੰਦੇ ਹਾਂ, ਜਿਹੜਾ ਕਿ ਆਕਰਸ਼ਣ ਦਾ ਨਿਯਮ ਹੈ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਹ ਬਣ ਜਾਂਦੇ ਹੋ। ਤੁਸੀਂ ਜਿਸ ਵਸਤੂ ਜਾਂ ਵਿਅਕਤੀ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਸ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰ ਸਕਦੇ ਹੋ। ਤੁਹਾਡਾ ਵਰਤਮਾਨ ਜੀਵਨ ਤੁਹਾਡੇ ਪੁਰਾਣੇ ਵਿਚਾਰਾਂ ਦਾ ਪਰਛਾਵਾਂ ਹੈ। ਇਸ 'ਚ ਤੁਹਾਡੇ ਕੋਲ ਮੌਜੂਦ ਸਾਰੀਆਂ ਚੰਗੀਆਂ ਚੀਜ਼ਾਂ ਸ਼ਾਮਿਲ ਹਨ ਅਤੇ ਉਹ ਚੀਜ਼ਾਂ ਵੀ ਜਿਹੜੀਆਂ ਸ਼ਾਇਦ ਉਨੀਆਂ ਚੰਗੀਆਂ ਨਹੀਂ ਸਨ, ਕਿਉਂਕਿ ਤੁਸੀਂ ਆਪਣੇ ਵੱਲ ਉਸਨੂੰ ਆਕਰਸ਼ਿਤ ਕਰਦੇ ਹੋ ਜਿਸ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਸੋਚਦੇ ਹੋ। ਇਸ ਲਈ ਇਹ ਆਸਾਨੀ ਨਾਲ ਪਤਾ ਚੱਲ ਸਕਦਾ ਹੈ ਕਿ ਜੀਵਨ ਦੇ ਹਰ ਖੇਤਰ 'ਚ ਤੁਹਾਡੇ ਪ੍ਰਬਲ ਵਿਚਾਰ ਕੀ ਹਨ, ਕਿਉਂਕਿ ਉਹ ਹਕੀਕਤ 'ਚ ਬਦਲ ਚੁੱਕੇ ਹਨ। ਹੁਣ ਤੁਸੀਂ ਰਹੱਸ ਸਿੱਖ ਰਹੇ ਹੋ ਅਤੇ ਇਸ 'ਤੇ ਅਮਲ ਕਰਕੇ ਹਰ ਚੀਜ਼ ਬਦਲ ਸਕਦੇ ਹੋ। ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਚੀਜ਼ ਦੇਖ ਸਕੋ ਤਾਂ ਉਹ ਤੁਹਾਡੇ ਹੱਥ 'ਚ ਆ ਜਾਵੇਗੀ। ਜੇਕਰ ਤੁਸੀਂ ਆਪਣੇ ਦਿਮਾਗ 'ਚ ਸੋਚ ਲਵੋ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਉਸ ਨੂੰ ਆਪਣਾ ਪ੍ਰਬਲ ਵਿਚਾਰ ਬਣਾ ਲਓ ਤਾਂ ਉਹ ਚੀਜ਼ ਤੁਹਾਡੇ ਜੀਵਨ ਵਿੱਚ ਪ੍ਰਗਟ ਹੋ ਜਾਵੇਗੀ। ਇਸ ਤੋਂ ਵੀ ਸ਼ਕਤੀਸ਼ਾਲੀ ਨਿਯਮ ਨਾਲ ਤੁਹਾਡੇ ਵਿਚਾਰ ਤੁਹਾਡੇ ਜੀਵਨ ਦੀ ਵਸਤੂਆਂ ਦੇ ਰੂਪ ਵਿੱਚ ਸਾਕਾਰ ਹੋ ਜਾਂਦੀਆਂ ਹਨ। ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਇਹ ਸੂਤਰ ਵਾਰ-ਵਾਰ ਦੁਹਰਾਓ ਅਤੇ ਇਸ ਨੂੰ ਆਪਣੀ ਚੇਤਨਾ ਤੇ ਸੋਝੀ ਵਿੱਚ ਸਿਮ ਜਾਣ ਦਿਓ। ਤੁਹਾਡੇ ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਦਾਤਰ ਲੋਕ ਇਹ ਨਹੀਂ ਸਮਝਦੇ ਕਿ ਹਰ ਵਿਚਾਰ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਅਸੀਂ ਵਿਚਾਰਾਂ ਨੂੰ ਮਾਪ ਸਕਦੇ ਹਾਂ। ਇਸ ਲਈ ਜੇਕਰ ਤੁਸੀਂ ਵਾਰ-ਵਾਰ ਇੱਕੋ ਚੀਜ਼ ਬਾਰੇ ਸੋਚ ਰਹੇ ਹੋ ਅਤੇ ਆਪਣੇ ਦਿਮਾਗ 'ਚ ਉਸ ਅਛੂਤੀ ਨਵੀਂ ਕਾਰ ਦਾ ਮਾਲਕ ਬਣਨ ਦੀ ਕਲਪਨਾ ਕਰ ਰਹੇ ਹੋ, ਉਸ ਪੈਸੇ ਦੇ ਮਾਲਕ ਬਣਨ ਦੀ ਜਿਸ ਦੀ ਤੁਹਾਨੂੰ ਲੋੜ ਹੈ,
ਕੰਪਨੀ ਬਣਾਉਣ ਦੀ, ਆਦਰਸ਼ ਜੀਵਨ ਸਾਥੀ ਪਾਉਣ ਦੀ। ਜੇਕਰ ਤੁਸੀਂ ਉਸ ਨੂੰ ਕਲਪਨਾ ਵਿੱਚ ਦੇਖ ਰਹੇ ਹੋ ਤਾਂ ਤੁਸੀਂ ਉਸੇ ਫ੍ਰੀਕੁਐਂਸੀ ਨੂੰ ਇੱਕਸਾਰ ਭੇਜ ਰਹੇ ਹੋ। ਵਿਚਾਰ ਚੁੰਬਕੀ ਸੰਕੇਤ ਭੇਜਦੇ ਹਨ ਜਿਹੜੀ ਉਸ ਵਰਗੀ ਚੀਜ਼ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੇ ਹਨ। ਪ੍ਰਬਲ ਵਿਚਾਰ ਜਾਂ ਮਾਨਸਿਕ ਨਜ਼ਰੀਆ ਚੁੰਬਕ ਹੈ। ਨਿਯਮ ਇਹ ਹੈ ਕਿ ਸਮਾਨ ਚੀਜ਼ਾਂ ਵੱਲ ਆਕਰਸ਼ਿਤ ਕਰਦੀਆਂ ਹਨ। ਨਤੀਜਨ ਮਾਨਸਿਕ ਨਜ਼ਰੀਆ ਸਦਾ ਆਪਣੀ ਪ੍ਰਕਿਰਤੀ ਦੇ ਅਨੁਰੂਪ ਸਥਿਤੀਆਂ ਨੂੰ ਆਕਰਸ਼ਿਤ ਕਰੇਗਾ। ਵਿਚਾਰ ਚੁੰਬਕੀ ਹੁੰਦੇ ਹਨ ਅਤੇ ਵਿਚਾਰਾਂ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਜਦੋਂ ਤੁਸੀਂ ਸੋਚਦੇ ਹੋ ਤਾਂ ਉਹ ਵਿਚਾਰ ਸੰਪ੍ਰੇਸ਼ਿਤ ਹੋ ਕੇ ਬ੍ਰਹਿਮੰਡ ਵਿੱਚ ਪਹੁੰਚ ਜਾਂਦੇ ਹਨ ਤੇ ਚੁੰਬਕ ਵਾਂਗ ਸਮਾਨ ਫ੍ਰੀਕੁਐਂਸੀ ਵਾਲੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਹਰ ਭੇਜੀ ਗਈ ਚੀਜ਼ ਸਰੋਤ ਤੱਕ ਮੁੜਦੀ ਹੈ ਤੇ ਉਹ ਸਰੋਤ ਤੁਸੀਂ ਹੋ। ਇਸ ਬਾਰੇ ਇਸ ਤਰ੍ਹਾਂ ਸੋਚੋ, ਅਸੀਂ ਜਾਣਦੇ ਹਾਂ ਕਿ ਕਿਸੇ ਟੈਲੀਵਿਜ਼ਨ ਸਟੇਸ਼ਨ ਦਾ ਟਰਾਂਸਮਿਸ਼ਨ ਟਾਵਰ ਇੱਕ ਫ੍ਰੀਕੁਐਂਸੀ 'ਤੇ ਬ੍ਰੌਡਕਾਸਟ ਕਰਦਾ ਹੈ ਜਿਹੜੀਆਂ ਤੁਹਾਡੇ ਟੈਲੀਵਿਜ਼ਨ ਦੀਆਂ ਤਸਵੀਰਾਂ 'ਚ ਬਦਲ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਸਾਡੇ 'ਚੋਂ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਇਹ ਕਿਵੇਂ ਹੁੰਦਾ ਹੈ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਹਰ ਚੈਨਲ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ ਅਤੇ ਜਦੋਂ ਅਸੀਂ ਉਸ ਫ੍ਰੀਕੁਐਂਸੀ 'ਤੇ ਚੈਨਲ ਸੈੱਟ ਕਰਦੇ ਹਾਂ ਤਾਂ ਅਸੀਂ ਆਪਣੇ ਟੈਲੀਵਿਜ਼ਨ 'ਤੇ ਤਸਵੀਰਾਂ ਦੇਖਣ ਲੱਗਦੇ ਹਾਂ। ਅਸੀਂ ਚੈਨਲ ਚੁਣ ਕੇ ਫ੍ਰੀਕੁਐਂਸੀ ਚੁਣਦੇ ਹਾਂ ਅਤੇ ਇਸ ਤੋਂ ਬਾਅਦ ਸਾਨੂੰ ਉਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੀਆਂ ਤਸਵੀਰਾਂ ਮਿਲਦੀਆਂ ਹਨ। ਜੇਕਰ ਅਸੀਂ ਆਪਣੇ ਟੈਲੀਵਿਜ਼ਨ 'ਤੇ ਵੱਖਰੀਆਂ ਤਸਵੀਰਾਂ ਦੇਖਣਾ ਚਾਹੁੰਦੇ ਹਾਂ ਤਾਂ ਅਸੀਂ ਚੈਨਲ ਬਦਲ ਦਿੰਦੇ ਹਾਂ ਅਤੇ ਉਸ ਨੂੰ ਨਵੀਂ ਫ੍ਰੀਕੁਐਂਸੀ 'ਤੇ ਸੈੱਟ ਕਰ ਦਿੰਦੇ ਹਾਂ। ਤੁਸੀਂ ਮਾਨਵੀ ਟਰਾਂਸਮਿਸ਼ਨ ਟਾਵਰ ਹੋ ਅਤੇ ਧਰਤੀ 'ਤੇ ਬਣੇ ਕਿਸੇ ਵੀ ਟੈਲੀਵਿਜ਼ਨ ਟਾਵਰ ਤੋਂ ਜ਼ਿਆਦਾ ਸ਼ਕਤੀਸ਼ਾਲੀ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟਰਾਂਸਮਿਸ਼ਨ ਟਾਵਰ ਹੋ। ਤੁਹਾਡਾ ਟਰਾਂਸਮਿਸ਼ਨ ਤੁਹਾਡੇ ਜੀਵਨ ਤੇ ਸੰਸਾਰ ਦੀ ਰਚਨਾ ਕਰਦਾ ਹੈ। ਤੁਹਾਡੇ ਵੱਲੋਂ ਪ੍ਰਸਾਰਿਤ ਫ੍ਰੀਕੁਐਂਸੀ ਸ਼ਹਿਰਾਂ, ਦੇਸ਼ਾਂ, ਸੰਸਾਰ ਦੇ ਪਾਰ ਪਹੁੰਚ ਜਾਂਦੀ ਹੈ। ਉਹ ਸਾਰੇ ਬ੍ਰਹਿਮੰਡ ਵਿੱਚ ਗੂੰਜਣ ਲੱਗਦੀ ਹੈ ਅਤੇ ਉਸ ਫ੍ਰੀਕੁਐਂਸੀ ਨੂੰ ਤੁਸੀਂ ਆਪਣੇ ਵਿਚਾਰਾਂ ਨਾਲ ਹੀ ਪ੍ਰਸਾਰਿਤ ਕਰ ਰਹੇ ਹੋ। ਤੁਹਾਡੇ ਵਿਚਾਰਾਂ ਦੇ ਪ੍ਰਸਾਰਨ ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ ਉਹ ਤੁਹਾਡੇ ਲਿਵਿੰਗ ਰੂਮ ਦੇ ਟੈਲੀਵਿਜ਼ਨ ਸਕਰੀਨ 'ਤੇ ਨਹੀਂ ਦਿਖਦੀਆਂ। ਉਹ ਤਸਵੀਰਾਂ ਤਾਂ ਤੁਹਾਡੇ ਜੀਵਨ ਵਿੱਚ ਦਿਖਦੀਆਂ ਹਨ।